ਅੱਜ ਸਿੱਖਾਂ ਦੀ ਅਰਦਾਸ ਇੱਕ ਨਹੀਂ ਰਹੀ। ਜਿੰਨੇ ਗੁਰਦੁਆਰੇ ਵੇਖੋਗੇ ਉਨੀਆਂ ਹੀ ਅਰਦਾਸਾਂ ਨੇ, ਜਿੰਨੇ ਮਨੁੱਖ ਵੇਖੋਗੇ ਉਨੀਆਂ ਹੀ ਅਰਦਾਸਾਂ ਨੇ, ਜਿੰਨੇ ਬੰਦੇ ਖਲੋਤੇ ਵੇਖੋਗੇ ਉਨੀਆਂ ਹੀ ਅਰਦਾਸਾਂ ਨੇ। ਦੂਸਰਾ ਪਾਸਾ ਅੱਜ ਅਰਦਾਸ ਨਹੀਂ ਰਹਿ ਗਈ। ਮੇਰੀ ਗੱਲ ਦਾ ਕਿਤੇ ਗੁਸਤਾਖੀ ਮੁਆਫੀ, ਕੋਈ ਗੁਰੂ ਕਾ ਲਾਡਲਾ ਐਵੇਂ ਕੋਈ ਨਜਾਇਜ਼ ਨਾ ਗੁੱਸਾ ਕਰਕੇ ਬਹਿ ਜਾਏ। ਸਾਡੀ ਅਰਦਾਸ ਅੱਜ ਇੱਕ ਮੰਗ ਪੱਤਰ ਦੀ ਲਿਸਟ ਰਹਿ ਗਈ ਹੈ, ਅਰਦਾਸ ਨਹੀਂ ਰਹਿ ਗਈ। ਅਸੀਂ ਪੜ੍ਹਦੇ ਜ਼ਰੂਰ ਖਾਂ, ਸਾਡੇ ਵੱਡੇ ਵਡੇਰਿਆਂ ਨੇ ਜਿਨ੍ਹਾਂ ਨੇ ਅਰਦਾਸ ਬਣਾਈ ਸੀ ਉਹਨਾਂ ਪਤਾ ਨਹੀਂ ਕਿੰਨੀ ਕੁ ਗਹਿਰੇ ਤਲ ਨਾਲ ਸੋਚ ਕੇ ਸਾਨੂੰ ਇਹ ਵਾਕ ਦਿੱਤੇ ਸਨ। ਵੈਸੇ ਤਾਂ ਸਾਰਾ ਸੁਖਮਣੀ ਵੀ ਪੜ੍ਹ ਸਕਦੇ ਹਾਂ, ਪਰ ਉੱਥੇ ਚੌਥੀ ਅਸ਼ਟਪਦੀ ਦਾ ਕੇਵਲ 8ਵਾਂ ਪਦਾ ਹੀ ਸਾਡੇ ਸਾਹਮਣੇ ਰੱਖਿਆ, ਤੇ ਪਹਿਲਾ ਹੀ ਅੱਖਰ ਜਿਹੜਾ ਹੈ ਉਹੋ ਹੀ ਜੇ ਸਿੱਖ ਮੰਨ ਲੈ ਭਈ ਤੂੰ ਮੇਰਾ ਠਾਕੁਰ ਹੈ, ਤੂੰ ਮੇਰਾ ਖਸਮ ਹੈ, ਤੇਰੇ ਅੱਗੇ ਮੈਂ ਅਰਦਾਸ ਕਰਦਾ ਹਾਂ। ਅਰਦਾਸ ਅਰਬੀ ਦਾ ਲਫ਼ਜ਼ ਹੈ ਅਰਜ਼ੇ ਦਾਸਤ, ਭਾਵ ਹੈ ਦੋਵੇਂ ਹੱਥ ਜੋੜ ਕੇ। ਹੁਣ ਕੋਈ ਮੇਰਾ ਵੀਰ ਐਵੇਂ ਗੁੱਸਾ ਕਰ ਲੈ ਤੇ ਵੱਖਰਾ ਪਾਸਾ ਹੋਏਗਾ। ਅਜੇ ਤੱਕ ਕਈ ਵਾਰੀ ਸਾਨੂੰ ਅਰਦਾਸ ਕਰਨ ਦੀ ਜਾਚ ਨਹੀਂ ਆਈ। ਜਾਚ ਇੱਥੇ ਤੇ ਮੈਂ ਵੇਖੇ ਤੁਸੀਂ ਗ੍ਰੰਥੀ ਸਿੰਘ ਬੜੇ ਸਿਆਣੇ ਰੱਖੇ ਨੇ। ਅਮਰੀਕਾ ਦੀ ਧਰਤੀ ਤੇ ਇੱਕ ਗੁਰੂ ਕੇ ਲਾਡਲੇ ਦੇ ਦਰਸ਼ਨ ਹੋਏ, ਜਿਹੜਾ ਗੁਰੂ ਸਾਹਮਣੇ ਅਰਦਾਸ ਕਰਦਾ ਹੈ ਕਰਿੰਗੜੀ ਪਾ ਕੇ। ਹੈਰਾਨ ਹੋ ਜਾਂਦਾ ਹਾਂ, ਜੇ ਸਾਡੇ ਸਿੱਖਿਆ ਦੇਣ ਵਾਲੇ ਗ੍ਰੰਥੀਆਂ ਦੀ ਅਰਦਾਸ ਹੀ ਇਦਾਂ ਦੀ ਹੋ ਗਈ ਤੇ ਬਾਕੀਆਂ ਨੂੰ ਕੀ ਕਵਾਂਗੇ। ਇੱਥੇ ਆਣ ਕੇ ਹੁਣ ਤੁਸਾਂ ਅਗਲਾ ਪਾਸਾ ਮੈਨੂੰ ਪਤਾ ਤੁਹਾਡੇ ਮਨਾਂ ਵਿੱਚ ਆ ਸਕਦੀ ਹੈ, ਸ਼ਾਇਦ ਆ ਜਾਏ, ਪਰ ਜਿਹੜੀ ਬੀਬੀ ਨਸੀਰਾ ਨੇ ਅਰਦਾਸ ਕੀਤੀ ਸੀ ਉਹ ਸਿੱਖੀ ਦੀ ਇਸ ਅਰਦਾਸ ਵਰਗੀ ਤੇ ਨਹੀਂ ਹੋਏਗੀ। ਉਹਨੇ ਤੇ ਨਹੀਂ ਪੜਿਆ ਹੋਏਗਾ ਵੀ ਤੂੰ ਠਾਕੁਰ ਤੁਮ ਪਹਿ ਅਰਦਾਸ, ਉਹਦੀ ਤੇ ਅਰਦਾਸ ਆਪਣੀ ਹੋਏਗੀ। ਪਰ ਕੁਝ ਅਰਸਾ ਪਹਿਲਾਂ ਪੰਥ ਨੇ ਏਕਤਾ ਦੀ ਲੜੀ ਵਿੱਚ ਸਾਰੇ ਪੰਥ ਨੂੰ ਪਰੋਣ ਵਾਸਤੇ ਅਰਦਾਸ ਘੜੀ ਸੀ, ਬਣਾਈ ਸੀ। ਸਾਡੇ ਵਿੱਚ ਏਕਤਾ ਆ ਜਾਏ, ਸਾਡੇ ਵਿੱਚ ਅਨੇਕਤਾ ਤੇ ਬਹੁਤ ਆ ਗਈ ਹੈ। ਕਿਸੇ ਤਰ੍ਹਾਂ ਅਸੀਂ ਕਿਸੇ ਕੇਂਦਰ ਬਿੰਦੂ ਤੇ ਇੱਕ ਹੋ ਸਕੀਏ, ਪਰ ਮੁਆਫ ਕਰਨਾ ਸਿੱਖ ਜਗਤ ਨੇ ਉਸ ਅਰਦਾਸ ਦੀਆਂ ਧੱਜੀਆਂ ਅਡਾ ਕੇ ਰੱਖ ਦਿੱਤੀਆਂ ਨੇ। ਧੱਜੀਆਂ ਈਸਾਈਅਤ ਦੀ ਅਰਦਾਸ ਇੱਕ ਹੈ, ਇਸਲਾਮ ਦੀ ਇਬਾਦਤ ਦੀ ਅਰਦਾਸ ਇੱਕ ਹੈ, ਹਿੰਦੁਸਤਾਨ ਵਿੱਚ ਹਿੰਦੂਇਜ਼ਮ ਦੀ ਅਰਦਾਸ ਇੱਕ ਹੈ, ਪਰ ਸਿੱਖਾਂ ਦੀਆਂ ਅਰਦਾਸਾਂ ਦੇ ਜੇ 35 ਗੁਟਕੇ ਨੇ ਤੇ 35 ਕਿਸਮ ਦੀਆਂ ਹੀ ਅਰਦਾਸਾਂ ਨੇ। ਇਹ ਕੌੜਾ ਬਚਨ ਹੈ, ਔਖਾ ਪਾਸਾ ਹੈ। ਅਸੀਂ ਕੌਮ ਨੂੰ ਸਮਰਪਿਤ ਨਹੀਂ ਹੁੰਦੇ, ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਕਦੇ ਨਹੀਂ ਇਹ ਗੱਲ ਆਂਦੇ ਵੀ ਤੂੰ ਮੇਰਾ ਖਸਮ ਹੈ ਤੇ ਮੈਂ ਤੇਰਾ ਦਾਸ ਹਾਂ। ਕਿਤੇ ਉਹਨਾਂ ਵਾਕਾਂ ਨੂੰ ਧਿਆਨ ਨਾਲ ਪੜ੍ਹਿਆ ਕਰੀਏ, ਕਿਤੇ ਇਹ ਸੋਚ ਕੇ ਪੜ੍ਹਿਆ ਕਰੀਏ ਵੀ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਅਰਦਾਸ ਕਰ ਰਹੇ ਹਾਂ। ਭਈ ਆਹ ਜਿਹੜਾ ਜੀਵਨ ਹੈ, ਇਹ ਜਿਹੜਾ ਸਰੀਰ ਰੂਪੀ ਪਿੰਡ ਹੈ, ਇਹਦੀ ਜਿਹੜੀ ਧਨ ਸੰਪਦਾ ਪਦਾਰਥ ਹੈ, ਜੋ ਇਹਦੇ ਹੱਥ ਪੈਰ, ਜੋ ਵੀ ਗਿਆਨ ਇੰਦਰੇ ਕਰਮ ਇੰਦਰੇ ਨੇ, ਸਾਰੀ ਤੇਰੀ ਪੂੰਜੀ ਹੈ, ਤੇਰੀ। ਤੇ ਜੇ ਪੂੰਜੀ ਉਹਦੀ ਹੈ ਤੇ ਤੇਰਾ ਮਾਣ ਕਾਹਦਾ, ਤੇਰਾ ਹੰਕਾਰ ਕਾਹਦੇ ਤੇ, ਤੇਰੀ ਹਉਮੈ ਕਾਹਦੇ ਤੇ, ਤੇਰਾ ਆਪਣਾ ਜਿਹੜਾ ਹੰਕਾਰ ਪਲਦਾ ਕਾਹਦੇ ਆਸਰੇ ਤੇ ਪਲੇਗਾ। ਜੇ ਇਹ ਮੰਨ ਲਿਆ ਜਾਏ ਵੀ ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੇ ਜਿਹੜੀਆਂ ਅਗਲੀਆਂ ਪੰਕਤੀਆਂ ਜੇ ਕੋਈ ਨੌਜਵਾਨ ਦ੍ਰਿੜ ਕਰ ਲੈ, ਉਹਦੇ ਕੋਲੋਂ ਫਿਰ ਮਾਂ ਨੂੰ ਧੱਕਾ ਨਹੀਂ ਵੱਜੇਗਾ, ਪਿਓ ਨੂੰ ਮਾੜਾ ਨਹੀਂ ਆਖਿਆ ਜਾਏਗਾ, ਭਰਾ ਵਿੱਚੋਂ ਕੇਵਲ ਭਰਾ ਨਜ਼ਰ ਨਹੀਂ ਆਏਗਾ, ਇਹ ਨਜ਼ਰ ਆਏਗਾ ਪਰਮਾਤਮਾ ਹੀ ਦੂਸਰੇ ਰੂਪ ਵਿੱਚ ਭਰਾ ਬਣ ਕੇ ਆਇਆ ਹੈ, ਪਰਮਾਤਮਾ ਹੀ ਦੂਸਰੇ ਰੂਪ ਵਿੱਚ ਮਾਂ ਬਣ ਕੇ ਆਇਆ ਹੈ, ਪਰਮਾਤਮਾ ਹੀ ਦੂਸਰੇ ਰੂਪ ਵਿੱਚ ਪਿਤਾ ਬਣ ਕੇ ਆਇਆ ਹੈ। ਤੂੰ ਮਾਤ ਪਿਤਾ ਤੇ ਜੇ ਤੂੰ ਬੱਚਾ ਹੈ ਤੇ ਫਿਰ ਤੇ ਉਹਨੇ ਤੇਰੀ ਰੱਖਿਆ ਕਰਨੀ ਹੈ। ਪਰ ਇੱਥੇ ਆਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਸਾਹਮਣੇ ਆ ਗਿਆ। ਭਾਈ ਸਾਹਿਬ ਆਂਦੇ ਨੇ ਆਇਆ ਤੇ ਸੀ ਪਰਮਾਤਮਾ ਕੋਲੋਂ, ਰਕਤ ਬਿੰਦ ਕਰ ਨਿਮਿਆ, ਚਿੱਤਰ ਚਰਿੱਤਰ ਵਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ, ਬਾਲ ਬੁੱਧ ਮੋਹ ਹੈ ਦੁੱਧ ਦੇ, ਮਲ ਮੂਤਰ ਸੂਤਰ ਵਿੱਚ ਆਇਆ। ਪਰ ਭਾਈ ਸਾਹਿਬ ਆਂਦੇ ਨੇ ਦ੍ਰਿਸ਼ਟ ਸ਼ਬਦ ਗਤ ਸੁਰਤ ਲਿਵ। ਮੈਂ ਕਰਾਂ ਕਿ ਮੇਰੇ ਕੋਲ ਸਮੇਂ ਦੀ ਸੂਈ ਨੇ ਬੜੀ ਤੇਜ਼ ਚੱਲਦੀ ਹੈ। ਇੱਕ ਇੱਕ ਪੰਕਤੀ ਵਿੱਚ ਪਤਾ ਨਹੀਂ ਭਾਈ ਸਾਹਿਬ ਜੀ ਨੇ ਕੀ ਕੁਝ ਗੋਝ ਰੱਖ ਦਿੱਤਾ ਹੈ। ਝਾਤੀ ਮਾਰ ਆਪਣੀ ਬਣਤਰ ਵੱਲ ਕਾਹਦੇ ਤੇ ਮਾਣ ਕਰੀ ਫਿਰਦਾ ਹੈ ਤੇ ਮਾਂ ਦੇ ਜਿਸਮ ਦੇ ਇੱਕ ਖੂਨ ਦਾ ਕਤਰਾ ਹੀ ਨਾ ਹੈ, ਤੇ ਪਿਓ ਦੀ ਜਿੱਦਾਂ ਆਂਦੇ ਆ ਇੱਕ ਕਤਰੇ ਦੀ ਦਾਤ ਨਾ। ਪਰ ਤੇਰੀ ਬਣਤਰ ਕਿੱਥੋਂ ਬਣੀ ਹੈ ਤੇ ਪ੍ਰਮਾਤਮਾ ਨੇ ਕੀਤੀ ਕਿਰਪਾ ਤੇਰੇ ਤੇ। ਕੁਰਾਨ ਸ਼ਰੀਫ ਦੀ ਇੱਕ ਆਇਤ ਸਾਹਮਣੇ ਆ ਗਈ, ਉਹ ਆਂਦਾ ਯਾਦ ਰੱਖ ਉਸ ਪ੍ਰਮਾਤਮਾ ਨੇ ਤੈਨੂੰ ਕਤਰੇ ਤੋਂ ਸਾਗਰ ਬਣਾ ਦਿੱਤਾ, ਤੈਨੂੰ ਬੂੰਦ ਤੋਂ ਸਰੀਰ ਬਣਾ ਦਿੱਤਾ, ਤੇਰੇ ਵਿੱਚ ਫਿਰ ਜਨਮ ਦੀ ਦਾਤ ਆਈ, ਮਾਲਕ ਨੇ ਤੈਨੂੰ ਸ੍ਰਿਸ਼ਟੀ ਤੇ ਲਿਆਂਦਾ। ਇੱਕ ਦਿਨ ਤੇਰੇ ਤੇ ਉਹ ਸੀ ਜਦੋਂ ਤੇਰੇ ਮੂੰਹ ਤੇ ਮੱਖੀ ਬਹਿ ਜਾਂਦੀ ਸੀ, ਤੇਰੇ ਵਿੱਚੋਂ ਉਡਾਉਣ ਦੀ ਹਿੰਮਤ ਨਹੀਂ ਸੀ ਵੀ ਮੱਖੀ ਨੂੰ ਪਰਾਂ ਕਰਦੇ ਆ। ਮੱਖੀ ਤੇਰੇ ਮੂੰਹ ਤੇ ਬਹਿੰਦੀ ਸੀ, ਪਰੇਸ਼ਾਨੀ ਮਾਂ ਨੂੰ ਹੋ ਜਾਂਦੀ ਸੀ।
ਪਰ ਪਿਆਰਿਆ ਯਾਦ ਰੱਖ, ਜਦੋਂ ਇੱਕ ਦਿਨ ਤੇਰੇ ਤੇ ਸ਼ੈਤ ਆ ਸਕਦਾ ਹੈ, ਪਰ ਫਿਰ ਤੇਰੇ ਹੱਥ ਸਾਥ ਨਾ ਦੇਣ, ਕਿਉਂਕਿ ਬੁਢੇਪਾ ਆਉਣਾ ਹੀ ਆਉਣਾ ਹੈ ਨਾ। ਇੱਥੇ ਆਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੰਕਤੀਆਂ ਫਿਰ ਸਾਹਮਣੇ ਆ ਜਾਂਦੀਆਂ ਨੇ। ਉਹ ਆਂਦੇ ਭੂੰਡੀ ਚਾਲ ਚਰਨ ਕਰ ਖਿਸਰੇ ਤਵਚਾ ਦੇ ਕਮਲਾਨੀ, ਨੇਤਰੀ ਧੁੰਦ ਕਰਨ ਪੈ ਬਹਿਰੇ ਮਨਮੁਖ ਨਾਮ ਨਾ ਜਾਣੀ। ਅੰਦਲੇ हे अन्य पुरुष क्या पाया जग आए, राम हृदय नहीं गुरु की सेवा, चाले मूल गवाए अपना मूल भी गवा के चलिया प्यारिया, इथों ते जो मुढ़ सी वो भी खो चलिया है। बाबा कबीर जी की एक पावन पंक्ति आ जाती है। कबीर साहब आखते ने, कबीरा धूर सकेल कै पुरिया बांधी दे, भट्टां दे सवैयां विचों सच्चे पातशाह जी कृपा करके आखते ने भाई ये शरीर रंचक रेत खेत तन निर्मत दुर्लभ दे सवार धरी, ये उस परिपूर्ण परमात्मा ने तेरे ते कृपा की है। भाई साहब ने परिपूर्ण परमात्मा ने जिथे तेरे ते कृपा की, तेरी पालना की, तैनू शरीर दे कर्म इंद्रिय दिते, ज्ञान इंद्रिय दिते, उन्हां ज्ञान इंद्रियां दी तू वरतों गलत की, वरतों गलत। दृष्ट शब्द गत सुरत लिव, दृष्ट है अखां दा पासा, सुरत है कन्नां दा पासा, जबान दी बोली, ये शरीर दा चलना, ये सारा कुछ तेनू परिपूर्ण परमात्मा ने रहमत करके दिता है। दृष्ट शब्द गत सुरत लिव, राग रंग रस परस लुभाया, ज्यों ज्यों देखण वालियां मूरतां मिलियां, इहदियां अखां दी अंदर दी जोत बुझदी गई, ज्यों ज्यों कन्नां दी स्रोत संसार दे गीत पए, इन्हें रब दी गाना, रब दा गीत, रब दे संदेश भुलाउणे शुरू कर दिता है। जिदों ज्यों ज्यों संसार नाल जुड़दा गया, त्यों त्यों उस पासे वल्लों इहदा नाता टुटदा गया। टुटण कारण ਇਹਦੀ ਸੁਰਤੀ ਬਿਰਤੀ ਟੁੱਟ ਗਈ। ਤੇ ਭਾਈ ਸਾਹਿਬ ਆਂਦੇ ਨੇ ਆਪਣੇ ਆਪ ਨੂੰ ਇਹ ਸਿਆਣਾ ਸਮਝਦਾ ਹੈ, ਆਪਣੇ ਆਪ ਨੂੰ ਸਮਝਦਾ ਮੈਂ ਬੜਾ ਚਲਾਕ ਹੋ ਗਿਆ, ਮੈਂ ਬੜਾ ਚਤਰ ਹੋ ਗਿਆ, ਮੈਂ ਬੜਾ ਵੱਡਾ ਹੋ ਗਿਆ, ਮੈਂ ਬੜਾ ਸਿਆਣਾ ਹੋ ਗਿਆ। ਮੇਰੀ ਸੁਰਤੀ ਦੇ ਬਰਾਬਰ ਤੇ ਹੁਣ ਗੁਰੂ ਦੀ ਮੱਤ ਵੀ ਕੁਝ ਨਹੀਂ ਆਂਦੀ। ਗੁਰੂ ਮੇਰੀ ਦ੍ਰਿਸ਼ਟੀ ਨਾਲ ਸੋਚੇ, ਗੁਰੂ ਮੇਰੀ ਕਹਿਣੀ ਮੁਤਾਬਕ ਚੱਲੇ, ਗੁਰੂ ਮੇਰੇ ਆਖੇ ਵੇਖੇ ਵਿੱਚ ਚੱਲੇ। ਇੱਥੇ ਆਣ ਕੇ ਕਈ ਵਾਰੀ ਕਹਿ ਦਿਆ ਕਰਦਾ ਬਹੁਤ ਕੁਝ ਗੁਰੂ ਤੇਰੇ ਆਖੇ ਕਰਦਾ ਹੈ। ਤੁਸੀਂ ਆਖੋਗੇ ਉਹ ਕਿਵੇਂ? ਤੇਰਾ ਜੀ ਕਰੇ ਤੂੰ 4 ਵਜੇ ਉਠਾਲ ਲੈ, ਗੁਰੂ ਕਦੇ ਨਾ ਨਹੀਂ ਕਰਦਾ। ਤੇਰਾ ਜੀ ਕਰੇ ਤੂੰ 3 ਵਜੇ ਉਠਾਲ ਲੈ, ਗੁਰੂ ਕਦੇ ਨਾ ਨਹੀਂ ਕਰਦਾ। ਤੇਰਾ ਜੀ ਕਰੇ ਨਿੱਕੇ ਮੰਜੇ ਤੇ ਇਹਦਾ ਪ੍ਰਕਾਸ਼ ਕਰਦਾ ਤਾਂ ਵੀ ਨਾ ਨਹੀਂ ਕਰਦਾ। ਤੇਰਾ ਜੀ ਕਰੇ ਇਹਨੂੰ ਵਿਚਕਾਰੋਂ ਸ਼ੁਰੂ ਕਰਦਾ ਤਾਂ ਵੀ ਨਾ ਨਹੀਂ ਕਰਦਾ। ਤੇਰਾ ਚਿੱਤ ਕਰੇ ਇਹਦੇ ਤੇ ਖਦਰਦਾਰ ਮਾਲਾ ਦੇਵੇ ਤਾਂ ਵੀ ਪਰੇਸ਼ਾਨ ਨਹੀਂ ਹੁੰਦਾ। ਤੇਰਾ ਚਿੱਤ ਕਰੇ ਇਹਦੇ ਅੱਗੇ ਸੁੱਚਾ ਹੋ ਕੇ ਬੈਠੇ, ਝੂਠਾ ਹੋ ਕੇ ਬੈਠੇ, ਕਦੇ ਤੇਰੇ ਨਾਲ ਨਾਰਾਜ਼ ਨਹੀਂ ਹੋਇਆ। ਤੇਰਾ ਚਿੱਤ ਕਰੇ ਇਹਨੂੰ ਪ੍ਰਸ਼ਾਦਾ ਜਿਹੋ ਜਿਹਾ ਜੀ ਕਰੇ ਰੱਖਦਾ, ਨਾ ਰੱਖਦੇ ਇਹ ਪ੍ਰਵਾਹ ਨਹੀਂ ਕਰਦਾ। ਤੇਰਾ ਜੀ ਕਰੇ ਇਹਦੀ ਸੇਵਾ ਵਿੱਚ ਹਾਜ਼ਰ ਹੋਵੇਂ ਨਾ ਹੋਵੇਂ, ਕਦੇ ਪ੍ਰਵਾਹ ਨਹੀਂ ਕਰਦਾ। ਪਰ ਪਿਆਰਿਆ ਯਾਦ ਰੱਖ, ਇਹਦੀ ਮਰਿਆਦਾ ਤੇਰੀ ਮਰਿਆਦਾ ਬਣ ਜਾਂਦੀ ਤੇ ਤੇਰਾ ਲੋਕ ਵੀ ਸੁਖੀਆ ਤੇ ਪਰਲੋਕ ਵੀ ਸਵੇਲਾ ਹੋ ਜਾਣਾ ਸੀ। ਗੁਰੂ ਨੂੰ ਤੇ ਫਰਕ ਕੋਈ ਨਹੀਂ ਪੈਂਦਾ। ਗੁਰੂ ਆਪਣੇ ਗੁਣਾ ਕਰਕੇ ਵੱਡਾ ਕਹੇ, ਸਾਡੇ ਮੱਥੇ ਟਿਕਾਉਣ ਕਰਕੇ ਨਹੀਂ, ਸਾਡੇ ਮੱਥੇ ਟੇਕਣ ਕਰਕੇ ਨਹੀਂ, ਸਾਡੀ ਪੂਜਾ ਪ੍ਰਤਿਸ਼ਠਾ ਕਰਕੇ ਨਹੀਂ। ਗੁਰੂ ਤਾਂ ਆਪਣੇ ਗੁਰਾਂ ਕਰਕੇ ਵੱਡਾ ਕਹੇ। ਇਹਨੂੰ ਕੋਈ ਮੱਥਾ ਨਾ ਵੀ ਟੇਕੇ ਤਾਂ ਵੀ ਗੁਣ ਦਿੰਦਾ ਹੈ। ਇਹ ਨਹੀਂ ਆਂਦਾ ਵੀ ਤੂੰ ਜਪਜੀ ਪੜਨ ਵਾਲਿਆ ਮੈਨੂੰ ਮੰਨਦਾ ਹੈ ਕਿ ਨਹੀਂ ਮੰਨਦਾ। ਇਹ ਆਂਦਾ ਤੂੰ ਪੜ ਸਹੀ, ਮੇਰੇ ਕੋਲ ਜੋ ਕੁਝ ਹੈ ਮੈਂ ਤੇਰੇ ਅੱਗੇ ਰੱਖ ਦੇਣਾ, ਤੇਰਾ ਮਰਜ਼ੀ ਹੋਵੇ ਪ੍ਰਮਾਣ ਕਰ ਲੈ, ਨਾ ਪ੍ਰਮਾਣ ਕਰੇਗਾ ਭਲਾ ਤੇਰਾ ਹੋਣਾ ਜੇ ਪ੍ਰਮਾਣ ਕਰ ਲੇਗਾ ਤੇ। ਭਾਈ ਸਾਹਿਬ ਆਂਦੇ ਹੋਏ ਇਹ ਆਣਾ ਸਮਝਿਆ। ਜੇ ਭਾਈ ਸਾਹਿਬ ਕੋਲੋਂ ਪੁੱਛਿਓ ਆਂਦਾ ਮੇਰੇ ਕੋਲੋਂ ਜੇ ਪੁੱਛੋ ਤੇ ਜਦੋਂ ਨਿਆਣਾ ਸੀ ਉਦੋਂ ਸਿਆਣਾ ਸੀ, ਜਦੋਂ ਸਿਆਣਾ ਹੋ ਗਿਆ ਉਦੋਂ ਨਿਆਣਾ ਹੋ ਗਿਆ ਹੈ। ਕਿਉਂਕਿ ਨਿਆਣੇ ਦੀ ਪਰਖ ਉਹਦੇ ਖਿਡੌਣਿਆਂ ਤੋਂ ਪਤਾ ਲੱਗਦਾ ਹੈ, ਸਿਆਣੇ ਦੀ ਪਰਖ ਉਹਦੀ ਮੰਗ ਤੋਂ ਪਤਾ ਲੱਗਦਾ ਵੀ ਉਹਦੀ ਅਰਦਾਸ ਕੀ ਹੈ, ਉਹਦੀ ਮੰਗ ਕੀ ਹੈ। ਮੰਗ ਤੇ ਹੈ ਨਿਆਣਿਆਂ ਵਰਗੀ, ਮੰਗ ਹੈ ਭੋਲਿਆਂ ਵਰਗੀ, ਮੰਗ ਹੈ ਅਣਜਾਣਾ ਵਰਗੀ, ਮੰਗ ਸਿਆਣਿਆਂ ਵਰਗੀ ਨਹੀਂ। ਜਦੋਂ ਨਿਆਣਾ ਸੀ ਉਦੋਂ ਤੇ ਸੁਰਤੀ ਲੱਗੀ ਸੀ, ਉਦੋਂ ਤੇ ਬਿਰਤੀ ਜੁੜੀ ਸੀ, ਉਦੋਂ ਆਂਦਾ ਸੀ ਵੀ ਤੂੰ ਹੀ ਮੈਨੂੰ ਮਿਲ ਪੈ, ਤੇਰੇ ਬਗੈਰ ਹੋਰ ਕੋਈ ਨਹੀਂ ਚਾਹੀਦਾ। ਜਿਸ ਵੇਲੇ ਸੰਸਾਰ ਵਿੱਚ ਆ ਗਿਆ ਇੱਥੇ ਆਣ ਕੇ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦਾ, ਜਿਹੜੀ ਅਰਦਾਸ ਦੀ ਤੁਸੀਂ ਗੱਲ ਕਰਦੇ ਹੋ ਕਦੇ ਕਦੇ ਭਾਈ ਜੀ ਅਰਦਾਸ ਤੇ ਆਪਣੀ ਆਪਣੀ ਹੈ ਨਾ, ਕੋਈ ਇਹਦੇ ਵਿੱਚ ਮੁਤਾਲਿਆ ਨਹੀਂ ਹੈ। ਹਰੇਕ ਮਨੁੱਖ ਦੀ ਆਪਣੀ ਅਰਦਾਸ ਹੋ ਸਕਦੀ ਹੈ, ਪਰ ਉਹ ਵਿਅਕਤੀਗਤ ਅਰਦਾਸ ਹੋ ਸਕਦੀ, ਸੰਗਤੀ ਅਰਦਾਸ ਨਹੀਂ ਹੋ ਸਕਦੀ, ਪੰਥਕ ਅਰਦਾਸ ਨਹੀਂ ਹੋ ਸਕਦੀ। ਉਹ ਵਿਅਕਤੀ ਦੀ ਅਰਦਾਸ ਹੈ। ਅਸੀਂ ਵੀ ਵਿਅਕਤੀ ਦੀ ਅਰਦਾਸ ਵਿੱਚ ਜਦੋਂ ਆਪਣੇ ਮਾਂ ਦੇ ਸਰੀਰ ਵਿੱਚ ਸਾਂ ਅਰਦਾਸ ਕਰਦੇ ਸਾਂ, ਉਦੋਂ ਸਾਡੇ ਕੋਲ ਕੋਈ ਬੋਲੀ ਨਹੀਂ ਸੀ, ਉਦੋਂ ਸਾਡੇ ਕੋਲ ਕੋਈ ਅੱਖਰ ਨਹੀਂ ਸਨ, ਉਦੋਂ ਸਾਡੀ ਜ਼ਬਾਨ ਨਹੀਂ ਸੀ ਹਿਲਦੀ, ਪਰ ਉਦੋਂ ਸੁਰਤੀ ਦੁਆਰਾ ਸਿਮਰਨ ਚੱਲਦਾ ਸੀ, ਸੁਰਤੀ ਦੁਆਰਾ ਅਰਦਾਸ ਹੁੰਦੀ ਸੀ, ਸੁਰਤੀ ਦੁਆਰਾ ਉਸ ਰੱਬ ਨਾਲ ਜੁੜਿਆ ਜਾਂਦਾ ਸੀ। ਭਾਈ ਸਾਹਿਬ ਆਂਦੇ ਹੋਏ ਇਹ ਆਣਾ, ਉਥੋਂ ਨਿਕਲ ਕੇ ਇਸ ਸੰਸਾਰ ਵਿੱਚ ਸਿਆਣਾ ਬਣ ਗਿਆ, ਪਰ ਅਗਲੀ ਸੁਰਤੀ ਵੀ ਗਵਾ ਬੈਠਾ, ਅਗਲੀ ਬਿਰਤੀ ਵੀ ਗਵਾ ਬੈਠਾ, ਅੱਗੇ ਵਾਲੀ ਅਰਦਾਸ ਵੀ ਖੋ ਬੈਠਾ। ਹੁਣ ਵਾਲੀ ਅਰਦਾਸ ਤਾਂ ਗੁਰਮਤ ਵਿੱਚੋਂ ਕਿਤੇ ਧਿਆਨ ਨਾਲ ਪੜੀਏ ਤੇ ਸੱਚੇ ਪਾਤਸ਼ਾਹ ਜੀ ਆਪ ਵੀ ਕਰਦੇ ਰਹੇ ਨੇ। ਮਾਣ ਮੰਗੋ
ਤਾਣ ਮੰਗੋ ਧਨ ਲక్ష్ਮੀ ਸੁਤ ਦੇਹ। ਜੇ ਕਿਤੇ ਧੰਨੇ ਭਗਤ ਵਾਲੀ ਅਰਦਾਸ ਚੇਤੇ ਆ ਜਾਏ, ਇਹ ਨਹੀਂ ਗੁਰਮਤਿ ਦਾ ਇਹ ਪਾਸਾ ਨਹੀਂ ਹੈ ਭਾਈ ਗੁਰੂ ਕੋਲੋਂ ਮੰਗਣਾ ਹੀ ਕੁਝ ਨਹੀਂ ਹੈ। ਮੰਗ ਗੁਰੂ ਕੋਲੋਂ, ਪਰ ਜੋ ਕੁਝ ਅੱਗੇ ਹੈ ਜੇ ਉਹਦੀਆਂ ਹੀ ਮੰਗਾਂ ਵਧੀਆਂਗੇ ਤੇ ਲਿਸਟ ਤੇ ਬੜੀ ਲੰਬੀ ਹੋ ਜਾਏਗੀ। ਮੰਗ ਆਪਣੀ ਵਿਅਕਤੀ ਮੁਤਾਬਕ, ਆਪਣੀ ਯੋਗਤਾ ਮੁਤਾਬਕ, ਕਿਉਂ ਤੇ ਉਹਨੇ ਯੋਗਤਾ ਤੋਂ, ਬਾਈਬਲ ਦਾ ਇੱਕ ਪੁਰਾਣਾ ਬਚਨ ਸਾਹਮਣੇ ਆ ਗਿਆ, ਉਹ ਆਂਦੇ ਮੰਗ ਆਪਣੀ ਯੋਗਤਾ ਮੁਤਾਬਕ, ਕਿਉਂਕਿ ਉਹਨੇ ਤੇਰੀ ਯੋਗਤਾ ਨਾਲੋਂ ਤੈਨੂੰ ਅੱਗੇ ਹੀ ਬਹੁਤਾ ਦਿੱਤਾ ਹੋਇਆ ਹੈ। ਸਾਡੀ ਯੋਗਤਾ ਮੁਤਾਬਕ ਅਸੀਂ ਮਾਂ ਦੀ ਮੰਗ ਨਾ ਕੀਤੀ, ਪ੍ਰਮਾਤਮਾ ਨੇ ਪੈਦਾ ਕਰ ਦਿੱਤੀ। ਅਸੀਂ ਪਿਓ ਦੀ ਮੰਗ ਨਾ ਕੀਤੀ, ਪ੍ਰਮਾਤਮਾ ਨੇ ਪੈਦਾ ਕਰ ਦਿੱਤਾ। ਅਸੀਂ ਭਰਾ ਦੀ ਮੰਗ, ਭੈਣ ਦੀ ਮੰਗ, ਸੰਸਾਰ ਦੀ ਧਰਤੀ ਦੀ ਮੰਗ, ਤਥਾ ਇਸ ਸਰੀਰ ਦੀ ਮੰਗ, ਇਹਦੇ ਗਿਆਨ ਇੰਦਰੀਆਂ ਦੀ ਮੰਗ, ਇਹਦੇ ਕਰਮ ਇੰਦਰੀਆਂ ਦੀ ਮੰਗ ਅਸਾਂ ਕੋ ਮੰਗ ਨਹੀਂ ਕੀਤੀ, ਪਰ ਪ੍ਰਮਾਤਮਾ ਨੇ ਸਭ ਕੁਝ ਦੇ ਦਿੱਤਾ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਹੋਰ ਪਿਆਰਾ ਬਚਨ ਸਾਹਮਣੇ ਆ ਜਾਂਦਾ ਹੈ। ਉਹ ਆਂਦੇ ਪਿਆਰਿਆ, ਇਹ ਸਰੀਰ ਗੁਰੂ ਨੂੰ ਤੂੰ ਸੱਚਾ ਦਾਤਾ ਕਹੋ, ਅਸਲੀ ਦਾਤਾ ਗੁਰੂ ਹੈ। ਤੇ ਮੈਂ ਬੜਾ ਹੈਰਾਨ ਜਿਹਾ ਹੋ ਕੇ ਅਣਜਾਣ ਤਾਈ ਵਾਂਗ ਉਹਦੇ ਸਾਹਮਣੇ ਖਲੋ ਕੇ ਜਿੱਦਾਂ ਤੇ ਆਖਿਆ, ਭਾਈ ਗੁਰਦਾਸ ਜੀ ਮੈਂ ਨਹੀਂ ਮੰਨਦਾ, ਮੈਂ ਤੇ ਉਹਨੂੰ ਦਾਤਾ ਮੰਨਦਾ ਜਿਹੜਾ ਮੈਨੂੰ ਕੁਝ ਦਏ। ਜੇ ਦਏ ਤੇ ਤਾਂ ਹੀ ਦਾਤਾ ਹੈ ਨਾ, ਜੇ ਦਏ ਕੁਝ ਨਾ ਤੇ ਦਾਤਾ ਕਾਹਦਾ। ਤੇ ਭਾਈ ਸਾਹਿਬ ਆਂਦੇ ਜੇ ਮੇਰੇ ਕੋਲੋਂ ਪੁੱਛੋ, ਆ ਜਿਹੜਾ ਸਰੀਰ ਤੈਨੂੰ ਮਿਲਿਆ ਨਾ, ਇਹ ਗੁਰੂ ਨੇ ਦਵਾਇਆ। ਗੁਰੂ ਨੇ, ਸਤਿਗੁਰੂ ਸੱਚ ਦਾ ਤਾਰਕ ਹੈ। ਮਾਨਸ ਜਨਮ ਅਮੋਲ ਦਵਾਇਆ, ਮੂੰਹ ਅੱਖੀ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਇਹ ਉਸ ਮਾਲਕ ਨੇ ਕਿਰਪਾ ਕੀਤੀ ਹੈ ਤੇਰੇ ਤੇ, ਤੈਨੂੰ ਇਹ ਸਾਰਾ ਸਰੀਰ ਮਿਲਿਆ। ਖਾਣ ਵਾਸਤੇ ਪਦਾਰਥ ਮਿਲੇ ਨੇ, ਇਹ ਪੁੰਜਣ ਵਾਸਤੇ ਸਾਰੇ ਪਦਾਰਥ ਮਿਲੇ ਨੇ। ਪਿਆਰਿਆ, ਇਹ ਤੇ ਉਹਦੀ ਰਹਿਮਤ ਹੈ, ਉਹਨੇ ਤੇਰੇ ਤੇ ਕਿਰਪਾ ਕਰਕੇ ਦੇ ਦਿੱਤੀ ਹੈ। ਜੇ ਕਿਧਰੇ ਉਹਨੂੰ ਚੇਤੇ ਰੱਖੇ ਤੇ ਭਾਈ ਸਾਹਿਬ ਆਂਦੇ ਨੇ ਉਹਨੇ ਹੋਇਆ ਤੇ ਸਿਆਣਾ, ਆਪਣੇ ਆਪ ਨੂੰ ਸਮਝਦਾ, ਪਰ ਆਂਦੇ ਅੱਗੇ ਨਾਲੋਂ ਵੀ ਸੁਰਤੀ ਗਵਾ ਬੈਠਾ, ਅੱਗੇ ਨਾਲੋਂ ਵੀ ਬਿਰਤੀ ਸਮਗਵਾ ਬੈਠਾ। ਹੋਏ ਇਆਣਾ ਸਮਝਿਆ, ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਪਰ ਅੱਗੇ ਨਾਲੋਂ ਵੀ ਨਿਆਣਾ ਹੋ ਗਿਆ। ਕਾਰਨ ਅੱਖਾਂ ਤੇ ਦਿੱਤੀਆਂ ਸੀ ਰੱਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ। ਹੁਣ ਤੁਸੀਂ ਥੋੜਾ ਜਿਹਾ ਧਿਆਨ ਆਨੰਦ ਸਾਹਿਬ ਵੱਲ ਵਾਲੇ ਪਾਸੇ ਨੂੰ ਲੈ ਜਾਣਾ ਆਪਣੇ ਆਪ ਹੀ। ਉੱਥੇ ਸਪਸ਼ਟ ਹੈ, ਇਹ ਨੇਤਰੋਂ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ ਸੰਸਾਰ ਤੁਮ ਦੇਖਦੇ, ਜਿੰਨਾ ਚਿਰ ਤੱਕ ਹਉਮੈ ਦੇ ਪਰਦੇ 'ਚ ਪੈ ਕੇ ਵੇਖੋਗੇ ਉਹਨਾਂ ਚਿਰ ਤੱਕ ਯਾਰ ਨਜ਼ਰ ਆਏਗੀ। ਇਹ ਸੰਸਾਰ ਨਜ਼ਰ ਨਹੀਂ ਆਏਗਾ, ਇਹ ਦੁੱਖਾਂ ਦਾ ਘਰ ਨਜ਼ਰ ਆਏਗਾ, ਇਹ ਭੈੜੀਆਂ ਆਚਰਣਾਂ ਦਾ ਘਰ ਨਜ਼ਰ ਆਏਗਾ। ਪਰ ਪਿਆਰਿਆ, ਜੇ ਦੇਖਣ ਦੀ ਦ੍ਰਿਸ਼ਟੀ ਤੈਨੂੰ ਬਾਬਾ ਨਾਨਕ ਦੇਦਾ ਹੈ, ਕਿਤੇ ਅੱਖਾਂ ਦੁਆਰਾ, ਇੱਥੇ ਥੋੜਾ ਜਿਹਾ ਸੁਚੇਤ ਰਹਿਣਾ ਬੇਨਤੀ ਕਰਦੇ ਆ। ਅੱਖ ਤੇ ਜਦੋਂ ਵੀ ਐਨਕ ਲੱਗ ਜਾਏ ਦੇਖਣ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ। ਕਈ ਵਾਰੀ ਜੇ ਲਾਲ ਲੱਗ ਜਾਏ ਤਾਂ ਸੂਰਜ ਵੀ ਲਾਲ ਨਜ਼ਰ ਆਉਂਦਾ ਹੈ, ਜੇ ਕਾਲੀ ਲੱਗ ਜਾਏ ਤਾਂ ਸੂਰਜ ਵੀ ਨਜ਼ਰ ਕਾਲਾ ਹੀ ਆਉਂਦਾ ਹੈ। ਜੈਸੀ ਜੈਸੀ ਦ੍ਰਿਸ਼ਟੀ ਨਾਲ, ਜਿਹੋ ਜੀ ਬਿਰਤੀ ਨਾਲ ਗੁਰੂ ਨੂੰ ਵੇਖਣਾ ਕਰਦਾ ਹੈ, ਉਹੋ ਜੀ ਸ੍ਰਿਸ਼ਟੀ ਇਹਦੀ ਬਣਦੀ ਜਾਂਦੀ ਹੈ। ਇਹੋ ਜਿਹਾ ਇਹਦਾ ਅੰਦਰ ਦੇ ਆਤਮੇ ਦਾ ਆਚਰਣ ਬਣਦਾ ਜਾਂਦਾ ਹੈ। ਜੇ ਕਿਤੇ ਖਸਮ ਦੀ ਦ੍ਰਿਸ਼ਟੀ ਨਾਲ ਵੇਂਦਾ ਤਾਂ ਫਿਰ ਇਹਨਾਂ ਅੱਖਰਾਂ ਦੇ ਅਰਥ ਧਿਆਨ ਨਾਲ ਕਰਦਾ। ਭਾਈ ਦਾਤਾ ਜੀ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ। ਹੁਣ ਕਿਰਪਾ ਤੇ ਅਸੀਂ ਮੰਗਦੇ ਨਹੀਂ। ਕਿਹੜਾ ਸਿੱਖ ਹੈ ਜਿਹੜਾ ਕਿਰਪਾ ਮੰਗਦਾ ਹੈ? ਕਿਤੇ ਕੋਈ ਵਿਰਲਾ ਹੀ ਹੈ ਨਾ। ਜਿਨ੍ਹਾਂ ਨੇ ਕਿਰਪਾ ਮੰਗੀ, ਮੈਂ ਆਉਂਦਿਆਂ ਦੋ ਕੁ ਗੱਲਾਂ ਕੰਨਾਂ 'ਚ ਸੁਣੀਆਂ, ਅੰਦਰੋਂ ਬੜਾ ਮਨ ਖੁਸ਼ੀ ਹੋਇਆ। ਭਾਈ ਸ਼ੁਕਰ ਹੈ ਤੁਸੀਂ ਵੀ ਉਸ ਸਤਵੰਤੀ ਧੀ ਦੇ, ਸਿੱਖ ਜਗਤ ਦੇ ਪੂਜਣ ਯੋਗ ਅਦਬ ਯੋਗ ਬੀਬੀ ਦਰਸ਼ਨ ਕੌਰ ਦੀ ਯਾਦ ਨੂੰ ਸਮਰਪਿਤ ਹੋ ਕੇ ਕੋਈ ਕਾਰਜ ਕਰਨਾ ਕੀਤਾ। ਬੜਾ ਨਿੱਘਰ ਉਦਮ ਹੈ। ਮੈਂ ਉਹ ਵਿਆਹ ਗੁਰੂ ਬਖਸ਼ਿਸ਼ ਦੇ ਆਸਰੇ ਨਾਲ ਅੱਖਾਂ ਨਾਲ ਤੱਕਿਆ। ਉਸ ਬਾਪ ਦੀ ਹਾਲਤ ਵੀ ਉਸ ਵੇਲੇ ਤੱਕੀ ਜਦੋਂ ਹਰੇਕ ਬਾਪ ਸੁਖਣਾ ਸੁਖਦਾ ਹੈ, ਮੇਰਾ ਪੁੱਤ ਜਵਾਨ ਹੋਏਗਾ, ਮੈਂ ਉਹਨੂੰ ਘੋੜੀ ਤੇ ਚੜਾਵਾਂਗਾ, ਮਨ ਦੀਆਂ ਰੀਝਾਂ ਪੂਰੀਆਂ ਕਰਾਂਗਾ। ਪਰ ਘੋੜੀ ਤੇ ਪੁੱਤਰ ਦੇ ਸਰੀਰ ਵਾਲੇ ਥਾਂ ਫੋਟੋ ਰੱਖੀ ਗਈ। ਬਰਾਤ ਆਈ, ਲੋਕੀ ਬਾਜੀਆਂ ਗਾਜਿਆਂ ਨਾਲ ਆਉਂਦੇ ਨੇ, ਪਰ ਉਹ ਲੋਕਾਂ ਦੀਆਂ ਅੱਖਾਂ ਵਿੱਚੋਂ ਅਥਰੂ ਡੁੱਲਦੇ ਸਨ। ਮੈਂ ਇੱਥੇ ਆਣ ਕੇ ਕਈ ਵਾਰ ਇਹ ਗੱਲ ਕਹਿ ਲਿਆ ਕਰਦਾ ਹਾਂ, ਸਿੱਖ ਹਿਸਟਰੀ ਵਿੱਚ ਬਹੁਤ ਘੱਟ ਬੱਚੀਆਂ ਐਸੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੇ ਆਪਣਾ ਜਤ ਸਤ ਧਰਮ ਨੂੰ ਸਮਰਪਿਤ ਕੀਤਾ ਹੋਵੇ। ਜਦੋਂ ਸਰਸਾ ਦਾ ਕੰਢਾ ਇਤਿਹਾਸਕ ਤੌਰ ਤੇ ਨਖੇੜਾ ਪੈ ਗਿਆ, ਸਿੱਖ ਵੰਡੇ ਗਏ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਿੱਖ ਜਿਹੜਾ ਘਾਇਲ ਹੋਇਆ ਸੀ, ਬਾਬਾ ਬਚਿੱਤਰ ਸਿੰਘ ਜੀ, ਉਹਨਾਂ ਨੂੰ ਆਪਣੇ ਘੋੜੇ ਤੇ ਬਹਾਲ ਕੇ ਕਿਤੇ ਤੁਸੀਂ ਰੋਪੜ ਦੇ ਥਾਂ ਤੇ ਜਾਇਓ, ਉੱਥੇ ਪਰ ਪੁੱਛਿਓ ਵੀ ਅਸੀਂ ਕੋਟਲਾ ਨਿਹੰਗ ਖਾਂ ਜਾਣਾ। ਕੋਟਲਾ ਨਿਹੰਗ ਖਾਂ ਇਹ ਨਿੱਕਾ ਜਿਹਾ ਨਗਰ ਹੈ, ਪਰ ਇੱਕ ਮਨੁੱਖ ਦਾ ਨਾਂ ਹੈ, ਮਨੁੱਖ ਦਾ ਨਾਂ, ਉਹਦਾ ਨਾਂ ਸੀ ਨਿਹੰਗ ਖਾਂ। ਨਿਹੰਗ ਖਾਂ ਦੇ ਦਤਾਰ ਜੀ ਘਰ ਗਏ। ਉਸ ਵੇਲੇ ਭਾਈ ਸਾਹਿਬ ਜੀ ਬੇਸੁਰਤ ਸਨ। ਭਾਈ ਸਾਹਿਬ ਜੀ ਦੇ ਸਰੀਰ ਨੂੰ ਉਹਦੇ ਅੰਦਰ ਰੱਖ ਕੇ ਤੇ ਨਿਹੰਗ ਖਾਂ ਨੂੰ ਇਹਨਾਂ ਕਹਿ ਕੇ ਚਲੇ ਗਏ, ਭਾਈ ਤੂੰ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਦੇ ਪਿਆਰ ਵਾਲਾ ਹੈ, ਸਾਡੇ ਇਸ ਪਿਆਰੇ ਸਿੱਖ ਨੂੰ ਸਾਂਭੀ, ਇਹਦੀ ਸੰਭਾਲ ਕਰੀ, ਇਹ ਸੇਵਾ ਕਰ ਲਈ, ਗੁਰੂ ਨਾਨਕ ਤੇਰੇ ਤੇ ਕਿਰਪਾ ਕਰੇਗਾ, ਤੇਰੇ ਕੋਲ ਕਿਸੇ ਚੀਜ਼ ਦੀ ਤੋਟ ਨਹੀਂ ਰਹੇਗੀ।
ਸੂਈਏ ਨੇ ਸੂਹ ਦੇ ਦਿੱਤੀ। ਮਗਰੇ ਮਗਰ ਸੂਈਏ ਸਿਪਾਹੀ ਚਲੇ ਗਏ। ਘਰ ਦੀ ਤਲਾਸ਼ੀ ਹੋਣ ਲੱਗ ਪਈ। ਸਿੱਖ ਨੇ, ਇਹ ਮੈਂ ਨਿਹੰਗ ਖਾਂ ਨੂੰ ਸਿੱਖ ਕਹਿ ਰਿਹਾ, ਇਹ ਇਸ ਕਰਕੇ ਕਹਿ ਰਿਹਾ ਜੋ ਗੁਰੂ ਸੇਵਾ ਲਾ ਗਿਆ ਤਨ ਮਨ ਨਾਲ ਨਿਭਾਈ। ਮੇਰੇ ਵਰਗਾ ਬਾਹਰੋਂ ਸਿੱਖ ਨਹੀਂ ਹੈ, ਮੇਰੇ ਵਰਗਾ ਤਨ ਤੇ ਲਿਬਾਸੀ ਸਿੱਖ ਨਹੀਂ ਹੈ, ਮੇਰੇ ਵਰਗਾ ਕਹਿਣ ਮਾਤਰ ਸਿੱਖ ਨਹੀਂ ਹੈ। ਅੰਦਰੋਂ ਗੁਰੂ ਸਿੱਖ ਹੈ, ਅੰਦਰੋਂ ਗੁਰੂ ਨਾਲ ਜੁੜਿਆ ਹੈ, ਅੰਦਰੋਂ ਆਪਣਾ ਆਪਾ ਘਰ-ਬਾਰ ਗੁਰੂ ਨੂੰ ਸੌਂਪ ਦਿੰਦਾ ਹੈ। ਆਪਣੀ ਇਕਲੌਤੀ ਬੱਚੀ ਨੂੰ ਆਖਣ ਲੱਗਾ ਪੁੱਤਰੀ ਸੇਵਾ ਕਰ ਸੇਵਾ। ਅੰਦਰ ਭਾਲ ਕੇ ਬਾਹਰੋਂ ਕੁੰਡਾ ਮਾਰ ਕੇ ਆਖਣ ਲੱਗਾ ਤਲਾਸ਼ੀ ਲੈ ਲਓ। ਆਖਣ ਲੱਗਾ ਤੇਰੇ ਘਰ ਸਿੱਖ ਹੈ। ਆਖਣ ਲੱਗਾ ਕੋਈ ਸਿੱਖ ਨਹੀਂ। ਸਾਹਮਣੇ ਖਲੋ ਗਿਆ। ਜਿਸ ਵੇਲੇ ਇਸ ਦਰਵਾਜ਼ੇ ਦੀ ਤਲਾਸ਼ੀ ਲੈਣ ਲੱਗਾ ਇਸ ਕਮਰੇ ਦੀ, ਤੇ ਸਾਹਮਣੇ ਖਲੋ ਕੇ ਪਿੱਠ ਕਰਕੇ ਦਰਵਾਜ਼ੇ ਦੇ ਬੂਹੇ ਵੱਲ ਤੇ ਸਹਿਜ ਬਾ ਇਸ ਰੱਬੀ ਪਿਆਰ ਵਿੱਚ ਆਣ ਕੇ ਬਚਨ ਕਹਿ ਆਖਣ ਲੱਗਾ ਕਿਉਂ ਨਹੀਂ ਤਲਾਸ਼ੀ ਦਿੰਦਾ। ਆਖਣ ਲੱਗਾ ਤੁਸੀਂ ਵੀ ਪਰਿਵਾਰਾਂ ਵਾਲੇ ਹੋ, ਮੈਂ ਵੀ ਪਰਿਵਾਰਾਂ ਵਾਲਾ ਹਾਂ। ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਸੁੱਤੇ ਨੇ, ਮੇਰਾ ਦਾਮਾਦ ਹੈ। ਇਸ ਕਰਕੇ ਮੈਂ ਨਹੀਂ ਚਾਹੁੰਦਾ ਭਾਈ ਜੇ ਕਿਸੇ ਦਾ ਦਾਮਾਦ ਤੇ ਧੀ ਇੱਕ ਕਮਰੇ ਵਿੱਚ ਹੋਣ ਤੇ ਦੂਸਰਾ ਬੰਦਾ ਆਣ ਕੇ ਉਹਨੂੰ ਖੋਲ ਕੇ ਵੇਖ ਸਕੇ। ਚਲੇ ਗਏ। ਅੰਦਰ ਹੀ ਇਕਲੌਤੀ ਬੱਚੀ ਨੇ ਵੇਖ ਲਿਆ, ਸੁਣ ਲਿਆ ਆਪਣੇ ਕੰਨਾਂ ਨਾਲ ਵੀ ਮੇਰੇ ਪਿਓ ਨੇ ਇਸ ਜਿਸਮ ਨੂੰ, ਇਸ ਸਰੀਰ ਨੂੰ, ਇਸ ਸਿੱਖ ਨੂੰ ਮੇਰਾ ਪਤੀ ਦੇ ਮਨਜ਼ੂਰ ਕਰ ਲਿਆ ਹੈ। ਤੇ ਛੇਤੀ ਨਾਲ ਜਿਸ ਵੇਲੇ ਸੁਣਿਆ ਉਸੇ ਵੇਲੇ ਪਤੀ ਦੇ ਪਿਤਾ ਦੀ ਚੋਣ ਤੇ ਪਤੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਸਿਰ ਆਖਣ ਲੱਗੀ ਜੇ ਕਹਿ ਦਿੱਤਾ ਹੈ ਤੇ ਮੈਂ ਮੰਨ ਲਿਆ। ਮੈਂ ਪੜਦਾ ਸਾਂ ਸਤੀ ਅਨਸੂਈਆ ਦਾ ਪਾਸਾ ਹਾਂ, ਪਰ ਕਿਤੇ ਕਿਤੇ ਐਸੀਆਂ ਸਿੱਖ ਸਤੀਆਂ ਨੇ ਜਿਨ੍ਹਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਅੱਜ ਦੇ ਯੁੱਗ ਵਿੱਚ ਭਈ ਸਤੀਆਂ ਇਹ ਨਾ ਆਖੀਆਂ ਮਣੀਆਂ ਲੱਗ ਜਲਨ, ਸਤੀਆਂ ਸਿਆਈ ਨਾਨਕਾ ਜੇ ਬਿਰਖੇ ਚੋਟ ਮਰਨ। ਜਿਹੜੇ ਬਿਰਖਾ ਵਿੱਚ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰ ਦਿੰਦੀਆਂ ਨੇ, ਜਿਨ੍ਹਾਂ ਨੇ ਆਪਣਾ ਸੁੱਖ ਸਾਰਾ ਪਤੀ ਦੀ ਯਾਦ ਵਿੱਚ ਖੋ ਦਿੱਤਾ, ਅਗਲੇ ਦਿਨ ਹੀ ਭੌਰ ਸਰੀਰ ਵਿੱਚੋਂ ਉੱਡ ਗਿਆ। ਇੱਕ ਮੁਮਤਾਜ ਮਹਲ ਤੁਸੀਂ ਵੇਖਿਆ ਹੋਏਗਾ, ਤਾਜ ਮਹਲ ਜਿਹਨੂੰ ਯਾਦ ਕੀਤਾ ਜਾਂਦਾ ਹੈ, ਪਰ ਸਿੱਖਾਂ ਦੀ ਮੁਮਤਾਜ ਜਿਹਦਾ ਨਾਂ ਬੱਚੀ ਦਾ ਮੁਮਤਾਜ ਸੀ, ਉਸ ਬੱਚੀ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ, ਬਗੈਰ ਵਿਆਹ ਤੋਂ ਰਹੀ, ਜ਼ਿੰਦਗੀ ਲਾ ਦਿੱਤੀ ਲੇਖੇ। ਜੇ ਪਿਤਾ ਨੇ ਚੁਣ ਦਿੱਤਾ ਹੈ ਤੇ ਮੇਰੇ ਵਾਸਤੇ ਪਰਮੇਸ਼ਵਰ ਹੈ, ਮੈਂ ਕੋਈ ਨੁਕਸ ਨਹੀਂ ਕੱਢਣਾ, ਮੈਂ ਉਹਦੇ ਵਿੱਚ ਕੋਈ ਅਕੀਦੇਦਾਰੀ ਆਪਣੇ ਮਨ ਦੀ ਮਾਨਸਾ ਨਹੀਂ ਕਰਨੀ, ਕੇਵਲ ਤੇ ਕੇਵਲ ਗੁਰੂ ਨੂੰ ਸਮਰਪਿਤ ਹੋ ਕੇ ਜੀਣਾ ਹੈ। ਆਪਣੇ ਪਿਤਾ ਦੀ ਕਈ ਕੋਈ ਗੱਲ ਤੇ ਫੁੱਲ ਚੜਾਉਣੇ ਨੇ, ਪਰ ਹੁਣ ਕੀ ਕਰੀਏ? ਤੁਸੀਂ ਆਪਣੀ ਫਟੀਆਂ ਅੱਗੇ ਝਾਤੀ ਮਾਰ ਲਿਓ। ਜੇ ਅਸੀਂ ਆਪਣੇ ਪਿਤਾ ਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਸਾਡੇ ਨਿਆਣਿਆਂ ਨੇ ਵੀ ਕਿੰਨਾ ਕੁ ਮੰਨਣਾ ਹੈ। ਜੇ ਅਸੀਂ ਆਪਣੇ ਗੁਰੂ ਦਾ ਹੁਕਮ ਮੰਨਦੇ ਤੇ ਮੁਆਫ ਕਰਨਾ ਸਾਡੀ ਹਾਲਤ ਤੇ ਕਦੇ ਇਹ ਨਾ ਹੁੰਦੀ। ਅਸੀਂ ਬਾਣੀ ਨਾਲ ਪਿਆਰ ਨਾ ਪਾਇਆ। ਕੀ ਕਾਰਨ ਹੈ? ਨਸੀਰਾਂ ਅਰਦਾਸ ਕਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁਣ ਲੈਣ। ਅੱਜ ਸਿੱਖ ਜਗਤ ਅਰਦਾਸ ਕਰੇ ਤੇ ਕਦੇ ਉਹ ਪੂਰੀ ਨਾ ਹੋਵੇ, ਤੇ ਫਿਰ ਤੁਹਾਡੇ 'ਚ ਬਹਿ ਕੇ ਤੁਹਾਡੇ ਕੋਲੋਂ ਗੱਲਾਂ ਸੁਣਦਾ ਹਾਂ ਭਈ ਗਿਆਨੀ ਜੀ ਪੂਰੀ ਕਿੱਦਾਂ ਹੋ ਜਾਏ? ਅਸੀਂ ਕਰਨ ਵਾਲੇ ਪੂਰੇ ਨਹੀਂ, ਅਸੀਂ ਕਰਨ ਵਾਲੇ ਅਧੂਰੇ ਆ। ਤੇ ਕਰਨ ਵਾਲਿਆਂ ਨੇ ਕਿਤੇ ਬਾਹਰੋਂ ਤੇ ਨਹੀਂ ਨਾ ਆਉਣਾ ਤੇ ਸਾਡੇ 'ਚੋਂ ਹੀ ਆ ਨਾ। ਜਦੋਂ ਅਸੀਂ ਅੰਦਰੋਂ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ ਵਾਲੀ ਹਾਲਤ ਹੋਵੇ, ਉੱਥੇ ਗੁਰੂ ਕੀ ਕਰੇਗਾ? ਗੁਰੂ ਦੀ ਤਾਂ ਪਾਵਨ ਬਾਣੀ ਹੈ। ਕਬੀਰ ਸਤਿਗੁਰੂ ਕਿਆ ਕਰੇ? ਜੋ ਸਿੱਖਾਂ ਮੈਂ ਚੂਕ, ਇਹ ਤੇ ਸਿੱਖਾਂ ਵਿੱਚ ਚੁੱਕ ਹੋ ਸਕਦੀ ਹੈ, ਕੋਈ ਭੁੱਲ ਹੋ ਸਕਦੀ ਹੈ, ਕੋਈ ਗਲਤੀ ਹੋ ਸਕਦੀ। ਗੁਰੂ ਤਾਂ ਅੱਜ ਵੀ ਤੇਰੀ ਅਰਦਾਸ ਸੁਣਨ ਵਾਸਤੇ ਤਿਆਰ ਹੈ, ਪਰ ਕਿਤੇ ਤੇਰੀ ਬਿਰਤੀ ਉਹੋ ਜੀ ਬਣ ਜਾਏ, ਤੇਰੇ ਕਿਤੇ ਸੁਰਤੀ ਉਹੋ ਜੀ ਬਣ ਜਾਏ, ਤੇਰੇ ਕਿਤੇ ਵਿਚਾਰ ਉਹੋ ਜਿਹੇ ਬਣ ਜਾਣ, ਤੇਰਾ ਕਿਤੇ ਕਰਨ ਦਾ ਅਕੀਦਾ ਉਹੋ ਜਿਹਾ ਬਣ ਜਾਏ, ਤੇਰਾ ਅੰਦਰ ਦਾ ਇਖਲਾਕ ਉਹੋ ਜਿਹਾ ਬਣ ਜਾਏ। ਤੂੰ ਜਦੋਂ ਅਰਦਾਸ ਕਰੇ ਕਿਤੇ ਇਹ ਭਾਵਨਾ ਤੇਰੀ ਬਣ ਜਾਏ ਭਈ ਮੇਰਾ ਸਾਰਾ ਕੁਝ ਤੂੰ ਹੀ ਹੈ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ। ਹੈ ਬੜਾ ਔਖਾ। ਇੱਥੇ ਆਣ ਕੇ ਮੈਂ ਮੀਰ ਮਨੂ ਦਾ ਪਾਸਾ ਲੈ ਲਿਆ ਕਰਦਾ ਹਾਂ। ਹੈ ਤੇ ਸਿੰਘਣੀ ਆਈ, ਹੈ ਤੇ ਉਹ ਵੀ ਬੀਬੀ ਨਾ, ਜਿਹੜੀ ਤੁਸੀਂ ਯਾਦ ਨੂੰ ਕਈ ਵਾਰੀ ਯਾਦ ਕੀਤਾ ਹੈ, ਪਰ ਮੇਰੇ ਨਾਲ ਉਹਨਾਂ ਦਾ ਕੋਈ ਪਰਿਵਾਰਕ ਸੁਨੇਹਾ ਬਣਿਆ ਰਿਹਾ, ਮਾਲਕ ਦੀ ਦ੍ਰਿਸ਼ਟੀ ਰਹੀ, ਨੇੜੇ ਹੋਣ ਦਾ ਵੀ ਮੌਕਾ ਮਿਲਦਾ ਰਿਹਾ, ਬੈਠ ਕੇ ਵਿਚਾਰਾਂ ਕਰਨ ਦਾ ਵੀ ਮੌਕਾ ਮਿਲਦਾ ਰਿਹਾ, ਸੁਰਤੀ ਬਿਰਤੀ ਟੋਣ ਦਾ ਵੀ ਮੌਕਾ ਮਿਲਦਾ ਰਿਹਾ। ਦਾਤੇ ਦੀ ਬਖਸ਼ਿਸ਼ ਸੀ, ਤ੍ਰਿਸ਼ਨਾਵਾਂ ਖਤਮ ਸਨ, ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਨਹੀਂ ਸੀ। ਹਾਲਾਂਕਿ ਬਾਪੂ ਤਰਲੋਕ ਸਿੰਘ ਜੀ ਨੇ ਪਹਿਲਾਂ ਆਪਣਾ ਲੜਕਾ ਕਰੀਬਨ 2 ਸਾਲ ਰੋਕ ਛੱਡਿਆ, ਰੋਕ, ਤੇ ਅਖੀਰ ਉਸ ਬੀਬੀ ਨੇ ਇਹ ਗੱਲ ਕਹਿਤੀ, ਬਾਪੂ ਜੀ ਤੁਸੀਂ ਮੇਰੇ ਪਿਤਾ ਸਮਾਨ ਹੋ, ਆਪਣੇ ਪੁੱਤ ਦਾ ਆਨੰਦ ਕਾਰਜ ਕਿਤੇ ਕਰ ਲਓ, ਮੇਰੇ ਵਾਸਤੇ ਕਿਤੇ ਖਾਸ ਮੰਦ ਨਾ ਰਿਓ। ਤਿਆਗ ਹੈ, ਅਜੇ ਵੀ ਹੈ ਕਿਤੇ ਕਿਤੇ ਸਤ, ਅਜੇ ਵੀ ਕਿਤੇ ਕਿਤੇ ਜਾਤਕ ਹੈ, ਪਰ ਜਿੱਥੇ ਜਿੱਥੇ ਜਾਤਕ ਹੈ, ਜਿੱਥੇ ਜਿੱਥੇ ਸਤ ਹੈ, ਉਹਨਾਂ ਨਾਲ ਅਸੀਂ ਉਹਨਾਂ ਪਿਆਰ ਨਹੀਂ ਪਾ ਸਕੇ, ਉਹਨਾਂ ਦਾ ਅਸੀਂ ਉਹਨਾਂ ਅਦਬ ਸਤਕਾਰ ਨਹੀਂ ਕਰ ਸਕੇ, ਉਹਨਾਂ ਵਾਸਤੇ ਅਸੀਂ ਕੁਝ ਨਹੀਂ ਕਰ ਸਕੇ। ਕਿਤੇ ਕੋਸ਼ਿਸ਼ ਕਰੋ, ਕਿਤੇ 4 ਬੀਬੀਆਂ ਰਲ ਕੇ ਕਿਤੇ ਐਸੀ ਬੱਚੀ ਨੂੰ ਸਮਰਪਿਤ ਹੋ ਕੇ ਕੋਈ ਟਰਸਟ ਬਣਾ ਦਿਓ, ਤਾਂ ਕਿ ਐਸੀਆਂ ਬੀਬੀਆਂ ਦੀ ਜੀਵਨੀ ਕਿਤੇ ਲਿਖ ਸਕੀਏ, ਕਿਤੇ ਐਸੀਆਂ ਬੱਚੀਆਂ ਦੀ ਦਾਸਤਾਨ ਸਾਡੀਆਂ ਬੱਚੀਆਂ ਤੱਕ ਪਹੁੰਚ ਸਕੇ, ਕਿਤੇ ਸਾਡੇ ਵਿੱਚ ਅੰਦਰੋਂ ਵਿਰਕਤਤਾ ਆ ਸਕੇ, ਕਿਤੇ ਅਸੀਂ ਸਿੱਖ ਇਤਿਹਾਸ ਨੂੰ ਰਿਪੀਟ ਕਰ ਸਕੀਏ, ਕਿਤੇ ਗੁਰੂ ਨੂੰ ਸਮਰਪਿਤ ਹੋ ਕੇ ਕਰ ਸਕੀਏ। ਹੈ ਤੇ ਉਹ ਵੀ ਬੱਚੀਆਂ, ਪੁੱਤ ਖੋਲਿਆ ਗਿਆ, ਦੂਰ ਰੱਖ ਦਿੱਤਾ ਗਿਆ, ਪੱਥਰ ਹਿੱਕ ਤੇ ਰੱਖ ਦਿੱਤਾ ਗਿਆ, ਸਾਰੀ ਰਾਤ ਪੁੱਤ ਰੋਂਦਾ ਰਿਹਾ, ਮਾਂ ਨੂੰ ਦੂਰ ਪਾ ਦਿੱਤਾ ਗਿਆ। ਸਵੇਰੇ ਉੱਠੀ ਤੇ ਜਪਜੀ ਦਾ ਪਾਠ ਕੀਤਾ, ਵਕਤ ਦੇ ਪਹਿਰੇਦਾਰਾਂ ਨੇ ਪੱਥਰ ਚੁੱਕਿਆ ਤੇ ਪੁੱਤ ਦੇ ਲੋਥੜੇ ਨੂੰ ਆਪਣੀ ਹਿੱਕ ਨਾਲ ਲਾ ਲਿਆ, ਤੇ ਲਾ ਕੇ ਅਰਦਾਸ ਇਹ ਕਰਦੀ, ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਅਨੁਸਾਰ 4 ਪੈਰ ਰਹਿਣ ਸੁਖ
ਸੁਖ ਆਨੰਦ ਦੀ ਬਤੀਤ ਹੋਈ ਹੈ। ਕੈਸਾ ਆਨੰਦ ਹੈ। ਪੁੱਤ ਸਾਰੀ ਰਾਤ ਰੋਂਦਾ ਰਿਹਾ ਹੋਵੇ, ਪੁੱਤ ਸਾਰੀ ਰਾਤ ਵਿਲਕਦਾ ਰਿਹਾ ਹੋਵੇ, ਆਪ ਪੱਥਰ ਦੇ ਥੱਲੇ ਦੱਬੀ ਰਹੀ ਹੋਵੇ, ਆਤਮਾ ਸਾਰੀ ਰਾਤ ਦੁਖੀ ਰਹਿੰਦੀ ਹੋਵੇ, ਸਾਰੀ ਰਾਤ ਪਰੇਸ਼ਾਨੀ ਝੱਲ ਕੇ ਸਵੇਰੇ ਫਿਰ ਬਾਣੀ ਦਾ ਪਾਠ, ਸਵੇਰੇ ਫਿਰ ਗੁਰੂ ਨੂੰ ਸਮਰਪਿਤ। ਸ਼ਾਇਦ ਮੇਰੇ ਖਿਆਲ ਵਿੱਚੋਂ ਭਾਈ ਗੁਰਦਾਸ ਜੀ ਦੀ ਪਾਵਨ ਪੰਕਤੀ ਦੇ ਆਧਾਰ ਤੇ ਚੱਲ ਪਏ, ਪਰ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਮੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰੰਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣੰਦਾ। ਪਰ ਹੁਣ ਪ੍ਰੀਤ ਕਿੱਥੇ? ਹੁਣ ਤੇ ਸੱਚੇ ਪਾਤਸ਼ਾਹ ਕਿਤੇ ਸਾਡਾ ਸਨੇਹ ਬਣਾ ਦੇਣ, ਸਾਨੂੰ ਕਿਤੇ ਬਾਣੀ ਨੂੰ ਸਮਰਪਿਤ ਕਰ ਦੇਣ। ਅਰਦਾਸ ਤਾਂ ਸਾਡੇ ਕੋਲ ਹੈ, ਪਰ ਕਰਨ ਵਾਲੀ ਸਾਡੇ ਕੋਲ ਸੁਰਤੀ ਨਹੀਂ ਰਹੀ, ਕਰਨ ਵਾਲੀ ਸਾਡੇ ਕੋਲ ਬਿਰਤੀ ਨਹੀਂ ਰਹੀ। ਗੁਰੂ ਤੇ ਸੁਣਨ ਵਾਲਾ ਸਾਡੇ ਕੋਲ ਹੈ। ਅਜੇ ਵੀ ਜੇ ਕਿਧਰੇ ਬਾਬਾ ਸ਼ਾਮ ਸਿੰਘ ਜੀ ਮੀਂਹ ਨਹੀਂ ਪੈਂਦਾ, ਸੰਗਤਾਂ ਪਰੇਸ਼ਾਨ ਨੇ, ਇਲਾਕੇ ਦੇ ਲੋਕ ਇਕੱਠੇ ਹੋ ਕੇ ਆ ਗਏ, ਸੋਦਰ ਦੀ ਚੌਂਕੀ ਭਰ ਰਹੇ ਨੇ। ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਬਹਿ ਕੇ ਸਿੱਖਾਂ ਨੇ ਆਖਿਆ, ਬਾਬਾ ਜੀ ਕਰੋ ਕਿਰਪਾ, ਤੁਸੀਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਕੀਰਤਨ ਕਰਨ ਵਾਲੇ ਪੁਰਸ਼ ਹੋ, ਕਰੋ ਅਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸਾਡੇ ਵਾਸਤੇ ਕਰ ਦਿਓ, ਅਸੀਂ ਭੁੱਖੇ ਖਾਂ, ਕਿਉਂਕਿ ਜੇ ਮੀਂਹ ਨਾ ਪਿਆ, ਵਰਖਾ ਨਾ ਹੋਈ ਤੇ ਫਸਲ ਨਹੀਂ ਹੋਣੀ। ਤੇ ਆਖਣ ਲੱਗੇ ਤੁਹਾਨੂੰ ਭੁਲੇਖਾ ਲੱਗ ਗਿਆ ਸਾਧ ਸੰਗਤ, ਤੇ ਮੇਰੀ ਅਰਦਾਸ ਪੂਰੀ ਹੁੰਦੀ ਹੈ। ਬੜੇ ਤਗੜੇ ਚੰਕਾਵਾਦੀ ਹੋ ਗਏ ਹੋ। ਮੈਂ ਤੁਹਾਡੇ ਅੱਗੇ ਪੱਲਾ ਪਾ ਕੇ ਆਨਾ ਆ, ਆਓ ਸਾਰੇ ਰਲ ਕੇ ਗੁਰੂ ਰਾਮਦਾਸ ਨੂੰ ਮਨਾ ਲਈਏ। ਸਾਰੇ ਉੱਠ ਕੇ ਚੱਲ ਗਏ, ਗੁਰੂ ਚਰਨਾਂ ਵਿੱਚ ਕਰੀਏ ਅਰਦਾਸ। ਅਰਦਾਸ ਕਰਕੇ ਆਣ ਕੇ ਉਸੇ ਹੀ ਟਿਕਾਣੇ ਤੇ ਫਿਰ ਕੀਰਤਨ ਸ਼ੁਰੂ ਕਰ ਲਿਆ। ਤੇ ਵੇ ਆਖਣ ਲੱਗੇ, ਬਾਬਾ ਜਿੰਨਾ ਚਿਰ ਤੱਕ ਹੁਣ ਮੀਂਹ ਨਹੀਂ ਪਾਏਗਾ ਉਹਨਾਂ ਚਿਰ ਤੱਕ ਕੀਰਤਨ ਬੰਦ ਨਹੀਂ ਹੋਏਗਾ। ਤੇ ਫਿਰ ਰੀਝ ਪੈਂਦਾ ਹੈ ਨਾ ਗੁਰੂ, ਕਈ ਵਾਰੀ ਜਿਹੜਾ ਕੰਮ ਨਾ ਵੀ ਕਰਨਾ ਹੋਵੇ ਨਾ, ਉਹ ਵੀ ਪੁੱਤ ਅੜ ਜਾਏ ਤੇ ਫਿਰ ਕਦੇ ਕਦੇ ਗੁਰੂ ਕਰ ਲੈਂਦਾ ਹੈ, ਕਦੇ ਕਦੇ ਗੁਰੂ ਉਧਰ ਨੂੰ ਹੋ ਜਾਂਦਾ ਹੈ, ਕਦੇ ਕਦੇ ਮੰਨ ਲੈਂਦਾ ਹੈ, ਭਗਤਾਂ ਦੀ ਮੰਨ ਲੈਂਦਾ ਹੈ। ਇੱਥੇ ਆਣ ਕੇ ਪਾਵਨ ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਜਾਂਦੀਆਂ ਸਾਹਮਣੇ। ਉਹ ਆਂਦੇ ਨੇ, ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੇ ਭਗਤ ਨਾ ਛੁੱਟੇ ਮੋਹੇ। ਮੇਰੇ ਕੋਲੋਂ ਨਹੀਂ ਛੁੱਟਦੀ ਜੇ ਭਗਤ ਮੰਨ ਲੈ ਤਾਂ। ਲੇਕਿਨ ਜਦੋਂ ਮੀਂਹ ਪਿਆ ਤੇ ਸੰਗਤਾਂ ਨੇੜੇ ਹੋਈਆਂ, ਆਖਣ ਲੱਗੀਆਂ ਤੁਹਾਡੀ ਅਰਦਾਸ ਸੁਣੀ ਗਈ ਹੈ। ਤੇ ਸੰਤ ਆਖਣ ਲੱਗਿਆ, ਭਲਿਓ ਪੁਰਸ਼ੋ ਤੁਹਾਨੂੰ ਭੁਲੇਖਾ ਲੱਗ ਗਿਆ ਹੈ, ਗੁਰੂ ਸੰਗਤ ਵਿੱਚ ਵਸਦਾ ਹੈ, ਸੰਗਤ ਦੀ ਅਰਦਾਸ ਸੁਣੀ ਗਈ ਹੈ, ਮੈਨੂੰ ਇਹਨਾਂ ਕਹਿ ਕੇ ਪਾਪੀ ਨਾ ਬਣਾਓ। ਹੁਣ ਕਿਤੇ ਮੇਰੇ ਵਰਗਾ ਅਰਦਾਸ ਕਰੇ ਨਾ, ਕਿਤੇ ਸੱਚੇ ਪਾਤਸ਼ਾਹ ਪੂਰੀ ਕਰਦਾ ਹੈ, ਤੇ ਕਿਤੇ ਕੋਈ ਬੰਦਾ ਕਾਣ ਕੇ ਕਹਿ ਦੇ ਵੀ ਗਿਆਨੀ ਜੀ ਤੁਹਾਡੀ ਅਰਦਾਸ ਪੂਰੀ ਹੋ ਗਈ, ਮੈਂ ਆਪਣੀ ਬਿਰਤੀ ਕਹਿਣ ਲੱਗਾ, ਤੁਸੀਂ ਆਪਣੀ ਬਿਰਤੀ ਟੋਣੀ, ਤੇ ਫਿਰ ਮੇਰਾ ਵਰਗਾ ਫੁੱਟ ਕੋ ਉੱਚਾ ਹੋ ਜਾਂਦਾ ਵੀ ਬੱਲੇ 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 ਬੱਲੇ, ਮੇਰੀ ਅਰਦਾਸ ਪੂਰੀ ਹੋ ਗਈ, ਸਾਨੂੰ ਹਉਮੈ ਨੇ ਮਾਰ ਲਿਆ। ਇਹ ਤੇ ਬੜੀ ਚੰਗੀ ਕਮੇਟੀ, ਮੈਂ ਕੀ ਕਵਾਂ, ਹੋਣ ਹਾਰ ਬਿਰਬੇ ਕੇ ਚਿਕਨੇ ਪਾਤ। ਇਹ ਤੇ ਕਮੇਟੀ ਕੋਈ ਚੰਗੀ ਪਾਸਾ ਲੱਗਦਾ ਵੀ ਜਿਹੜੇ ਅਰਦਾਸ ਕਰਕੇ ਤੁਰਨ ਲੱਗੇ ਆ, ਵਰਨਾ ਤੇ ਪੱਗਾਂ ਲਾ ਕੇ ਤੁਰਦੇ ਨੇ, ਬੜੀ ਖੁਸ਼ੀ ਮਨਾਉਂਦੇ ਨੇ। ਫਿਰ ਇਹ ਤੇ ਸੱਚੇ ਪਾਤਸ਼ਾਹ ਕਿਰਪਾ ਕਰਦਾ, ਅਰਦਾਸ ਉਹਨਾਂ ਦੀ ਮਨਜ਼ੂਰ ਕਰ ਲੈ। ਪਰ ਇੱਕ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਆ, ਇਹ ਸਿੱਖਾਂ ਦੀ ਦਾਸਤਾਨ ਹੈ। ਸਿੱਖ ਜਦੋਂ ਕਿਸੇ ਨੂੰ ਚੌਧਰ ਦਿੰਦੇ ਨੇ ਨਾ, ਤੇ ਫਿਰ ਸਿਖਰ ਚਬਾੜੇ ਤੇ ਚਾੜ ਦਿੰਦੇ, ਉਹਨੂੰ ਕਰਨ ਕੱਖ ਨਹੀਂ ਦਿੰਦੇ। ਗੁੱਸਾ ਨਾ ਬਣਾਇਓ, ਹਕੀਕਤ ਹੈ। ਚਾਹੇ ਉਹ ਅਕਾਲ ਤਖਤ ਦਾ ਜਥੇਦਾਰ ਹੋਵੇ ਤੇ ਚਾਹੇ ਕਿਸੇ ਗੁਰਦੁਆਰੇ ਦਾ ਪ੍ਰਧਾਨ ਹੋਵੇ, ਫਰਕ ਤੇ ਕੋਈ ਬਹੁਤਾ ਕੋਈ ਨਹੀਂ। ਜਿੰਨਾ ਚਿਰ ਤੱਕ ਤੁਸੀਂ ਪ੍ਰਬੰਧਕਾਂ ਨੂੰ ਕਰਨ ਦੀ ਆਜ਼ਾਦੀ ਨਾ ਦਿੱਤੀ, ਤੇ ਜੇ ਉਹਨਾਂ ਦੀਆਂ ਲੱਤਾਂ ਹੀ ਖਿੱਚਦੇ ਰਹਿਣਾ ਵੀ ਹੁਣ ਇਹਨਾਂ ਕੋਲੋਂ ਕੋਈ ਨਾ ਕੋਈ ਕੰਮ ਇਹੋ ਜਿਹਾ ਕਰਵਾਈਏ, ਪਰ ਜਿਹਦੇ ਕਰਕੇ ਫਿਰ ਇਹਨਾਂ ਦੀ ਬਦਨਾਮੀ ਹੋਏਗੀ, ਤਾਂ ਕਿ ਆਉਂਦੀ ਵਾਰ ਨੂੰ ਇਲੈਕਸ਼ਨ ਮੈਂ ਜਿੱਤਾਂਗਾ। ਮਾਰ ਲਿਆ ਸਾਨੂੰ ਵੀਰ ਖਾਨ ਨੇ, ਕੌਮ ਸਮਰਪਿਤ ਹੋ ਜਾਂਦੀ ਸੀ। ਔਰ ਜੇ ਇੱਥੋਂ ਤੱਕ ਵੀ ਕਹਿ ਦਿਆਂ ਤੇ ਸ਼ਾਇਦ ਹੱਥ ਕਤਨੀ ਮੈਂ ਪੜਿਆ ਹੈ, ਨਵਾਬ ਕਪੂਰ ਸਿੰਘ ਜੀ ਜਥੇਦਾਰ, ਆਸ਼ਾ ਦੀ ਵਾਰ ਦਾ ਪਿਆ ਭੋਗ, ਤੇ ਸਾਹਮਣੇ ਖਲੋਤੇ ਹੋਏ ਜਥੇਦਾਰ ਨੇ ਆਣ ਕੇ ਖਲੋ ਕੇ ਹੱਥ ਜੋੜ ਕੇ ਆਖਣ ਲੱਗੇ, ਸਾਧ ਸੰਗਤ ਮੈਂ ਅੱਜ ਤੋਂ ਜਥੇਦਾਰੀ ਛੱਡੀ। ਤੇ ਸਾਰੀ ਸੰਗਤ ਹੈਰਾਨ ਹੋ ਗਈ, ਪਰ ਤੈਨੂੰ ਕੀ ਹੋ ਗਿਆ? ਚੰਗਾ ਭਲਾ ਆਸ਼ਾ ਦੀ ਵਾਰ ਦਾ ਕੀਰਤਨ ਹੋਇਆ ਹੈ, ਚੰਗੇ ਭਲੇ ਬੰਦੇ ਨੇ, ਤੂੰ ਕਿਉਂ ਜਥੇਦਾਰੀ ਛੱਡੀ ਜਾਣਾ? ਆਖਣ ਲੱਗਾ, ਮੈਂ ਇਸ ਕਰਕੇ ਛੱਡ ਰਿਹਾ ਕਿ ਮੈਨੂੰ ਸੰਗਤ ਵੱਲੋਂ ਹੁਕਮ ਹੋਇਆ ਵੀ ਤੂੰ ਜਥੇਦਾਰੀ ਛੱਡ ਦੇ। ਤੇ ਸਿੰਘ ਹੈਰਾਨ ਹੋ ਗਏ, ਵੀ ਆਸ਼ਾ ਦੀ ਵਾਰ ਦਾ ਕੀਰਤਨ ਦਾ ਭੋਗ ਪਿਆ ਹੈ, ਗੱਲਬਾਤ ਹੋਈ ਕੋਈ ਨਹੀਂ। ਜਥੇਦਾਰ ਤਖਤ ਸਾਹਿਬ ਤੋਂ ਉੱਠ ਕੇ ਆਣ ਕੇ ਥੱਲੇ ਖਲੋ ਗਿਆ ਹੈ, ਆਂਦਾ ਮੈਂ ਜਥੇਦਾਰੀ ਛੱਡੀ, ਇਹ ਕੀ ਕਹਾਣੀ ਹੈ? ਆਖਣ ਲੱਗਾ, ਅਸੀਂ ਸਮਝਿਆ ਨਹੀਂ। ਆਖਣ ਲੱਗਾ, ਸੰਗਤ ਵਿੱਚੋਂ ਇੱਕ ਸਿੱਖ ਨੇ ਆਖਿਆ ਹੈ, ਪਰ ਜਥੇਦਾਰ ਜੀ ਹੁਣ ਤੁਸੀਂ ਬਜ਼ੁਰਗ ਹੋ ਗਏ, ਜਥੇਦਾਰੀ ਛੱਡ ਦਿਓ। ਤੇ ਸੰਗਤ ਆਖਣ ਲੱਗੀ, ਬਾਬਾ ਜਥੇਦਾਰਾ, ਬਾਬਾ ਕਪੂਰ ਸਿੰਘ, ਅਜੀਬ ਗੱਲ ਹੈ, ਇੱਕ ਬੰਦੇ ਨੂੰ ਸੰਗਤ ਆਖੀ ਜਾਂਦਾ ਹੈ। ਆਖਣ ਲੱਗਾ, ਸੰਗਤ ਹੁੰਦੀ ਉਹ ਹੈ ਜਿੱਥੇ ਸਾਰਿਆਂ ਦਾ ਏਕਾ ਹੋਵੇ, ਇੱਕ ਵੀ ਵਿਰੋਧੀ ਨਾ ਹੋਵੇ। ਆਖਣ ਲੱਗਾ, ਸਾਨੂੰ ਕੋਈ ਸਬੂਤ? ਆਖਣ ਲੱਗਾ, ਸਬੂਤ ਤੇ ਪੱਕਾ ਹੈ, ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੂਰਨਿਆਂ ਨੂੰ ਭੁੱਲ ਗਏ ਹੋ। ਗੁਰੂ ਅਰਜਨ ਦੇ ਪਿਤਾ ਜੀ ਖੁਦ ਅਰਦਾਸ ਕਰਦੇ ਨੇ, ਪਰ ਇੱਕ ਭਾਈ ਜਿਹੜਾ ਬਾਹਰ ਖਲੋ ਕੇ ਇਹ ਗੱਲ ਆਂਦਾ, ਭਾਏ ਬਾਬਾ ਬੁੱਧੂ ਤੇਰਾ ਆਵਾ ਕੱਚਾ ਹੀ ਰਹਿ, ਨਹੀਂ ਪੱਕ ਸਕਦਾ। ਸੰਗਤ ਹੈ ਹੀ ਉਹ ਜਿੱਥੇ ਏਕਤਾ ਹੋਵੇ। ਤੇ ਹੁਣ ਤੇ ਸੰਗਤ ਹੀ ਵੰਡੀ ਪਈ। ਆਪਣੇ ਆਪਣੇ ਅੰਦਰ ਝਾਤੀ ਮਾਰਿਓ, ਵੈਸੇ ਤੁਸੀਂ ਗੁੱਸਾ ਨਾ ਬਣਾਇਓ, ਕਦੇ ਕਦੇ ਤੁਸੀਂ ਵੀ ਤੇ ਇਦਾਂ ਕਰਦੇ ਹੀ ਹੋਵੋਗੇ ਨਾ। ਮੈਂ ਮੇਰੇ ਕੰਨ ਜਿਹੜੇ ਨੇ ਨਾ, ਇਸ ਗੱਲੋਂ ਬੜੇ ਬਰੀਕ ਜਿਹੇ ਨੇ, ਬੜੇ ਭੈੜੀ ਸੁਭਾਅ ਹੈ, ਔਂਤਰੀ ਆਦਤ ਹੈ। ਗੱਲਾਂ ਤੁਹਾਡੇ ਕੋਲੋਂ ਸੁਣ ਲੈਣਾ, ਮੇਰੀ ਰੋਜੀ ਰੋਟੀ ਦਾ ਸਾਧਨ ਬਣਦੀ ਦਾ ਸੁਣਾ ਮੈਂ ਇੱਥੇ ਦੇਣਾ। ਫਿਰ ਕਦੇ ਕਦੇ ਕੰਨਗੇ, ਅੱਜ ਭਾਈ ਤੂੰ ਗੁਰਦੁਆਰੇ ਨਹੀਂ ਗਏ, ਉਹ ਉੱਥੇ ਨਾ ਫਲਾਣਾ ਆਇਆ, ਮੈਂ ਨਹੀਂ ਉਹਨੂੰ ਸੁਣ ਕੇ ਖੁਸ਼। ਤੇ ਮੈਂ ਕਈ ਵਾਰੀ ਨਾ ਤੂੰ ਉਹਨੂੰ ਹੀ ਸੁਣ ਜਾਂਦਾ।